बिस्मिल्लाहिर्रहमानिर्रहीम। सजनों तबीलियो अस्सलाम वालेकुम। मेरा नाम है इजहार अहमद गुलजार। सिलसिला है एक शख्सियत एक सितारा। ਅੱਜ ਅਸੀਂ ਜਿਸ ਸ਼ਖਸੀਅਤ ਨੂੰ ਸਲਾਮ ਅਕੀਦਤ ਪੇਸ਼ ਕਰਨੇ ਜਾ ਰਹੇ ਹਾਂ ਉਹਨਾਂ ਦਾ ਪੰਜਾਬੀ ਤੇ ਉਰਦੂ ਅਦਬ ਦੇ ਵਿੱਚ ਬਹੁਤ ਬੜਾ ਹਵਾਲਾ ਹੈ। ਮੇਰੀ ਮੁਰਾਦ ਹੈ ਹਜ਼ਰਤ ਨੂਰ ਮੁਹੰਮਦ ਨੂਰ ਕਪੂਰਥਲਵੀ ਹੋਰਾਂ ਤੋਂ, ਜਿਨ੍ਹਾਂ ਨੇ ਆਪਣੀ ਉਰਦੂ ਤੇ ਪੰਜਾਬੀ ਰਚਨਾਵਾਂ ਦੇ ਨਾਲ ਪੰਜਾਬੀ ਅਦਬ ਨੂੰ ਮਾਲਾਮਾਲ ਕੀਤਾ। ਤੇ ਅੱਜ ਅਸੀਂ ਮਜ਼ਮੂਨ ਜਿਹੜਾ ਪੜ੍ਹਾਂਗੇ, ਜਿਹੜੀ ਗੱਲਬਾਤ ਕਰਾਂਗੇ, ਉਹ ਡਾਕਟਰ ਪ੍ਰੋਫੈਸਰ ਸ਼ਬੀਰ ਅਹਿਮਦ ਕਾਦਰੀ ਹੋਰਾਂ ਦਾ ਲਿਖਿਆ ਹੋਇਆ ਮਜ਼ਮੂਨ ਨੂਰ ਮੁਹੰਮਦ ਨੂਰ ਕਪੂਰਥਲਵੀ ਖੈਰ ਦੀਆਂ ਕਦਰਾਂ ਦੇ ਨਕੀਬ। ਇਸ ਹਵਾਲੇ ਦੇ ਨਾਲ ਫੈਸਲਾਬਾਦ ਸ਼ਹਿਰ, ਜਿਹਨੂੰ ਕਿਸੇ ਨੇ ਲਾਲਚ ਤੇ ਲੱਠੇ ਦਾ ਸ਼ਹਿਰ ਆਖਿਆ ਹੈ ਤੇ ਕਿਸੇ ਨੇ ਇਹਨੂੰ ਤਕਲੇ ਤੇ ਤਕਲੀਫਾਂ ਦਾ ਸ਼ਹਿਰ ਆਖ ਕੇ ਇਹਦਾ ਮਜ਼ਾਕ ਵੀ ਉਡਾਇਆ ਹੈ। ਪਰ ਸ਼ਹਿਰੇ ਯਾਰੇ ਸਹਾਫਤ ਮੁਹੰਮਦ ਜ਼ਹੀਰ ਕੁਰੈਸ਼ੀ ਮਰਹੂਮ ਨੇ ਫੈਸਲਾਬਾਦ ਨੂੰ ਆਪਣਿਆਂ ਤੇ ਸੁਪਨਿਆਂ ਦਾ, ਆਪਣਿਆਂ ਤੇ ਸੁਪਨਿਆਂ ਦਾ ਸ਼ਹਿਰ ਆਖ ਕੇ ਸਾਰੇ ਧੋਣੇ ਧੋ ਦਿੱਤੇ ਨੇ। ਹਕੀ ਤੇ ਸੱਚੀ ਗੱਲ ਇਹ ਵੇ ਕਿ ਫੈਸਲਾਬਾਦ ਵਾਕਈ ਪਿਆਰ ਤੇ ਮੁਹੱਬਤ ਕਰਨ ਵਾਲਿਆਂ ਦਾ ਸ਼ਹਿਰ ਹੈ ਤੇ ਇਹੋ ਇਸ ਖੂਬਸੂਰਤ ਸ਼ਹਿਰ ਦੀ ਸੱਚੀ ਤਸਵੀਰ ਹੈ। ਵਰਨਾ ਤਕਲੇ ਤੇ ਤਕਲੀਫਾਂ ਇਸ ਸ਼ਹਿਰ ਵਿੱਚ ਨਹੀਂ ਹੁੰਦੀਆਂ ਤੇ ਲਾਲਚੀ ਲੋਕਾਂ ਤੋਂ ਕਿਹੜਾ ਖਿੱਤਾ ਪਾਕ ਤੇ ਸਾਫ਼ ਹੈ। ਫੈਸਲਾਬਾਦ ਨੂੰ ਪਿਆਰ ਤੇ ਮੁਹੱਬਤ ਦਾ ਮਰਕਜ਼ ਬਣਾਉਣ ਵਿੱਚ ਅਦੀਬਾਂ ਤੇ ਫਨਕਾਰਾਂ ਦੇ ਕਿਰਦਾਰ ਨੂੰ ਭੁਲਾਇਆ ਨਹੀਂ ਜਾ ਸਕਦਾ। ਫੈਸਲਾਬਾਦ ਨਾਲ ਤਾਲੁਕ ਰੱਖਣ ਵਾਲਿਆਂ ਅਦੀਬਾਂ ਨੂੰ ਸਾਰੀ ਦੁਨੀਆ ਜਾਣਦੀ ਹੈ, ਪਛਾਣਦੀ ਹੈ। ਅਦੀਬਾਂ ਤੇ ਸ਼ਾਇਰਾਂ ਵਿੱਚ ਇੱਕ ਸਿਰਕੜਵੇਂ ਸ਼ਾਇਰ ਦਾ ਨਾਂ ਨੂਰ ਮੁਹੰਮਦ ਨੂਰ ਕਪੂਰਥਲਵੀ ਹੈ, ਜਿਨ੍ਹਾਂ ਨੂੰ ਲੋਕ ਪਿਆਰ ਨਾਲ ਬਾਬਾ ਜੀ ਦੇ ਨਾਂ ਨਾਲ ਪੁਕਾਰਦੇ ਸਨ। ਬਾਬਾ ਜੀ ਨਾਲ ਉਹਨਾਂ ਦਾ ਤਾਰਫ ਫੈਸਲਾਬਾਦ ਦੇ ਇੱਕ ਹੋਰ ਬਾਬਾ ਜੀ ਸ਼ੌਕ ਇਰਫਾਨੀ ਉਹਨਾਂ ਦੀ ਬੈਠਕ ਵਿੱਚ ਹੋਇਆ। ਇਹ ਬੈਠਕ ਚਨਿਓੜ ਬਾਜ਼ਾਰ ਫੈਸਲਾਬਾਦ ਸ਼ਹਿਰ ਦਾ ਇੱਕ ਮਾਰੂਫ ਅਦੀਬ ਮਰਕਜ਼ ਸੀ, ਜਿੱਥੇ ਰਾਤ ਦਿਨ ਅਦੀਬ ਬੈਠਦੇ ਤੇ ਨਾਲ ਸ਼ੇਰੋ ਸ਼ਾਇਰੀ ਤੋਂ ਵੀ ਵੱਖ ਗੱਲਾਂ ਬਾਤਾਂ ਕਰਦੇ ਰਹਿੰਦੇ ਸਨ। ਅੱਲਾ ਬਖਸ਼ੇ ਸ਼ੌਕ ਇਰਫਾਨੀ ਹੋਰਾਂ ਇੱਕ ਪੁਖਤਾ ਫਿਕਰ ਸ਼ਾਇਰ, ਸਾਫੀ ਤੇ ਮਿਲਨਸਾਰ ਸ਼ਖਸੀਅਤ ਦੇ ਮਾਲਕ ਸਨ। ਹਰ ਮਹਿਮਾਨ ਅਦੀਬ ਨੂੰ ਬੜੀ ਅਕੀਦਤ ਮੁਹੱਬਤ ਦਿੰਦੇ ਤੇ ਪੰਜਾਬੀ ਅਦਬੀ ਮਹਾਜ਼ ਦੇ ਜ਼ਰੀਏ ਤਮਾਮ ਹੋਣ ਵਾਲੇ ਹਫ਼ਤ ਰੋਜ਼ਾ ਮੁਸ਼ਾਇਰਿਆਂ ਵਿੱਚ ਉਹਨਾਂ ਸ਼ਾਇਰਾਂ ਨੂੰ ਬਾਕਾਇਦਗੀ ਨਾਲ ਸ਼ਰੀਕ ਹੁੰਦਿਆਂ ਵੇਖਿਆ। ਉਹਨਾਂ ਵਿੱਚ ਬਾਬਾ ਅਬੀਰ ਅਬੂਜ਼ਰੀ, ਬਿਸਮਲ ਸ਼ਮਸੀ, ਅਹਿਮਦ ਸ਼ਹਿਬਾਜ਼ ਖਾਬਰ, ਬੇਕਸ ਬਟਾਲਵੀ, ਮੀਆਂ ਇਕਬਾਲ ਅਖਤਰ, ਜੁਗਨੂ ਗੁਰਦਾਸਪੁਰੀ ਸ਼ਾਮਲ ਸਨ। ਇਹਨਾਂ ਤੋਂ ਵੱਖ ਇੱਕ ਹੋਰ ਬਜ਼ੁਰਗ ਜਿਨ੍ਹਾਂ ਨੂੰ ਉਹਨਾਂ ਦੀ ਬਾਰੂਫ ਸ਼ਖਸੀਅਤ ਪਾਰੋਂ ਹਰ ਕੋਈ ਇਖਤਰਾਮ ਨਾਲ ਮਿਲਦਾ ਤੇ ਉਹ ਸ਼ੇਰ ਵੀ ਬੜੇ ਚੰਗੇ ਤੇ ਸੁਚੱਜੇ ਢੰਗ ਨਾਲ ਸੁਣਾਉਂਦੇ ਤੇ ਮੁਸ਼ਾਇਰਾ ਲੁੱਟ ਲੈਂਦੇ ਸਨ। ਨੂਰ ਮੁਹੰਮਦ ਨੂਰ ਕਪੂਰਥਲਵੀ ਪੂਰੀ ਰੌਣਕੇ ਮਹਿਫਲ ਹੁੰਦੇ ਸਨ, ਇਸ ਲਈ ਵੀ ਉਹ ਗੱਲਾਂ ਵੀ ਬਹੁਤ ਸਵਾਦੀ ਕਰਦੇ ਸਨ। ਨੂਰ ਮੁਹੰਮਦ ਨੂਰ ਕਪੂਰਥਲਵੀ ਵੀ ਦੂਜੇ ਸ਼ਾਇਰਾਂ ਅਦੀਬਾਂ ਨਾਲ, ਹੋਰਾਂ ਦੀ ਦੂਜੇ ਸ਼ਾਇਰਾਂ ਅਦੀਬਾਂ ਨਾਲ ਜਿਹੜੀ ਨੋਕ ਝੋਂਕ ਹੁੰਦੀ, ਸ਼ੌਕ ਇਰਫਾਨੀ ਹੋਰੀ ਉਸ ਤੋਂ ਬਹੁਤ ਖੁਸ਼ ਹੁੰਦੇ ਸਨ। ਇਸ ਮਹਿਫਲ ਵਿੱਚ ਸ਼ੌਕ ਇਰਫਾਨੀ, ਜਿਹੜੇ ਪਾਕਿਸਤਾਨ ਰਾਈਟਰਸ ਗਿਲਡ ਸਬ ਰੀਜਨ ਫੈਸਲਾਬਾਦ ਦੇ ਸੈਕਟਰੀ ਸਨ, ਦੀ ਹਸੀਅਤ ਅਜਿਹੇ ਧਾਗੇ ਵਾਂਗ ਸੀ ਜਿਸ ਨੇ ਇਹਨਾਂ ਖੂਬਸੂਰਤ ਮੋਤੀਆਂ ਨੂੰ ਪਰੋ ਰੱਖਿਆ ਸੀ। ਇਹਨਾਂ ਮੋਤੀਆਂ ਵਿੱਚ ਜਿਵੇਂ ਪਹਿਲੇ ਕਹਿ ਚੁੱਕੇ ਹਾਂ ਕਿ ਨੂਰ ਮੁਹੰਮਦ ਨੂਰ ਕਪੂਰਥਲਵੀ ਦੀ ਚਮਕ ਦਮਕ ਸਭ ਤੋਂ ਵੱਖਰੀ ਹੁੰਦੀ ਸੀ। ਨੂਰ ਮੁਹੰਮਦ ਨੂਰ ਕਪੂਰਥਲਵੀ ਦੀ ਫਿਕਰੋ ਨਜ਼ਰ ਦਾ ਸਭ ਤੋਂ ਅਹਿਮ ਹਵਾਲਾ ਉਹਨਾਂ ਦੀ ਪੰਜਾਬੀ ਸ਼ਾਇਰੀ ਹੀ ਸੀ। ਮੌਜ਼ੂਆਤੀ ਇਤਬਾਰ ਨਾਲ ਉਹਨਾਂ ਦੀ ਸ਼ਾਇਰੀ ਬੜੀ ਰੰਗਾ ਰੰਗੀ ਸੀ। ਉਹ ਇੱਕ ਇਨਸਾਨ ਦੋਸਤ ਤੇ ਮੁਹਿੱਬੇ ਵਤਨ ਸ਼ਾਇਰ ਸਨ। ਬਾਨੀਏ ਪਾਕਿਸਤਾਨ ਨਾਲ ਉਹ ਬਹੁਤ ਅਕੀਦਤ ਰੱਖਦੇ ਸਨ। ਉਹਨਾਂ ਦੀ ਇੱਕ ਨਜ਼ਮ ਦੋ ਨੂਰ ਜਹਾਨਾਂ, ਮਲਕਾ ਹਿੰਦ ਤੇ ਮਲਕਾ ਤਰੰਨਮ ਦਾ ਬੜਾ ਚਰਚਾ ਸੀ। ਸ਼ੇਰੀ ਨਸ਼ਿਸ਼ਤ ਹੋਵੇ ਜਾਂ ਨਿੱਜੀ ਮਹਿਫਲ, ਇਹ ਨਜ਼ਮ ਉਹਨਾਂ ਕੋਲੋਂ ਫਰਮਾਇਸ਼ ਕਰਕੇ ਸੁਣੀ ਜਾਂਦੀ ਸੀ। ਉੱਤੋਂ ਉਹਨਾਂ ਦੀ ਪੜ੍ਹੰਤ ਨਾਲ ਸਵਾਦ ਹੋਰ ਵੀ ਵੱਧ ਜਾਂਦਾ ਸੀ। ਇਸ ਨਜ਼ਮ ਦੇ ਬੰਦ ਮੁਲਾਜ਼ਾ ਫਰਮਾਓ। ਲਿਖਦੇ ਨੇ, ਇੱਕ ਨੂਰ ਜਹਾਨ ਜਹਾਂਗੀਰ ਵਾਲੀ, ਇੱਕ ਨੂਰ ਜਹਾਨ ਇਜਾਜ਼ ਵਾਲੀ, ਜੋ ਨੂਰ ਜਹਾਂ ਸੀ ਹੁਸਨ ਵਾਲੀ, ਤੇ ਇਹ ਨੂਰ ਜਹਾਨ ਆਵਾਜ਼ ਵਾਲੀ। ਇਸ ਨੂਰ ਜਹਾਂ ਨੇ ਉਸ ਵਾਂਗਰ
ਉੱਪਰ ਕਿਸੇ ਦੇ ਜ਼ੁਲਮ ਕਮਾਇਆ ਨਹੀਂ। ਆਪਣੇ ਮਹਿਲ ਦੇ ਬੈਠ ਝਰੋਖਿਆਂ ਵਿੱਚ ਕਿਸੇ ਧੋਬੀ ਤੇ ਤੀਰ ਚਲਾਇਆ ਨਹੀਂ। ਕਿਹੜਾ ਰਾਗ ਹੈ ਰਾਗ ਦੀ ਲੁਗਤ ਅੰਦਰ, ਜਿਹੜਾ ਇਸ ਨੇ ਸੋਧ ਕੇ ਗਾਇਆ ਨਹੀਂ। ਜੇ ਉਹ ਨੂਰ ਜਹਾਨ ਸੀ ਸੋਝ ਵਾਲੀ, ਤੇ ਇਹ ਨੂਰ ਜਹਾਨ ਹੈ ਸਾਜ਼ ਵਾਲੀ। ਇੱਕ ਨੂਰ ਜਹਾਨ ਜਹਾਂਗੀਰ ਵਾਲੀ, ਇੱਕ ਨੂਰ ਜਹਾਨ ਇਜਾਜ਼ ਵਾਲੀ। ਨਜ਼ਮ ਦਾ ਆਖਰੀ ਬੰਦ ਤੇ ਉਹਨਾਂ ਦੀ ਫਿਕਰ ਦਾ ਖੁੱਲ ਖੁਲਾ ਕੇ ਐਲਾਨ ਪਿਆ ਕਰਦਾ ਏ ਕਿ ਜਿਹੜੇ ਵਿੱਚ ਮੁਸੀਬਤਾਂ ਕੰਮ ਆਉਣ, ਸਕੇ ਭਾਈਆਂ ਦੇ ਨਾਲੋਂ ਉਹ ਯਾਰ ਚੰਗੇ। ਸੋਨੇ ਵਿੱਚ ਖੁਸ਼ਬੂ ਨਾ ਮੂਲ ਹੋਵੇ, ਮੈਨੂੰ ਸੋਨੇ ਤੋਂ ਫੁੱਲਾਂ ਦੇ ਹਾਰ ਚੰਗੇ। ਜਿਹੜੇ ਹੀਰੇ ਨੂੰ ਚੱਟ ਕੇ ਮਰਨ ਸੋਹਣੇ, ਉਸ ਹੀਰੇ ਤੋਂ ਲੋਹੇ ਦੇ ਤਾਰ ਚੰਗੇ। ਮੈਨੂੰ ਸ਼ਾਹੀ ਚੋਂ ਖੂਨ ਦੀ ਬੋ ਆਵੇ, ਬਾਦਸ਼ਾਹਾਂ ਨਾਲੋਂ ਫਨਕਾਰ ਚੰਗੇ। ਦਿਨ ਦੇ ਕੱਢ ਉਦਾਸੀਆਂ ਦਿਲਾਂ ਵਿੱਚੋਂ, ਸਰਗਮ ਛੇੜਦੇ ਜਦੋਂ ਆਵਾਜ਼ ਵਾਲੀ। ਇੱਕ ਨੂਰ ਜਹਾਨ ਜਹਾਂਗੀਰ ਵਾਲੀ, ਇੱਕ ਨੂਰ ਜਹਾਨ ਇਜਾਜ਼ ਵਾਲੀ। ਨੂਰ ਮੁਹੰਮਦ ਡਾਕਟਰ ਸ਼ਬੀਰ ਅਹਿਮਦ ਕਾਦਰੀ ਹੋਰੀ ਲਿਖਦੇ ਨੇ ਕਿ ਨੂਰ ਮੁਹੰਮਦ ਨੂਰ ਕਪੂਰਥਲਵੀ ਹੋਰੀ ਜਦੋਂ ਇਹ ਨਜ਼ਮ ਮੁਕੰਮਲ ਕਰਦੇ ਤੇ ਵਾਹ ਵਾਹ ਦੀਆਂ ਆਵਾਜ਼ਾਂ ਉਦੋਂ ਤਿੱਕਰ ਬੁਲੰਦ ਹੁੰਦੀਆਂ ਰਹਿੰਦੀਆਂ ਜਦੋਂ ਤੀਕਰ ਉਹ ਆਪਣੀ ਸੀਟ ਤੇ ਜਾ ਕੇ ਬਹਿ ਨਾ ਜਾਂਦੇ। ਤੇ ਨੂਰ ਮੁਹੰਮਦ ਨੂਰ ਕਪੂਰਥਲਵੀ ਦੀ ਜਿਹੜੀ ਨਜ਼ਮ ਦੋ ਨੂਰ ਜਹਾਨਾਂ ਬਹੁਤ ਸ਼ੋਰਾ ਇਫਾਕ ਨਜ਼ਮ ਆ, ਤੇ ਇਹ ਅਸੀਂ ਤੁਹਾਨੂੰ ਮੁਕੰਮਲ ਸੁਣਾ ਰਹੇ ਹਾਂ। ਤੇ ਦੋ ਨੂਰ ਜਹਾਨਾਂ ਦਾ ਉਹਨਾਂ ਨੇ ਤਕਾਬਲੀ ਜਾਇਜ਼ਾ ਲਿਆ, ਮਲਕਾ ਹਿੰਦ ਤੇ ਮਲਕਾ ਤਰਨਮ ਦਾ। ਲਿਖਦੇ ਨੇ ਪੂਰੀ ਨਜ਼ਮ ਦੁਬਾਰਾ ਤੁਹਾਨੂੰ ਸੁਣਾ ਰਹੇ ਹਾਂ। ਇੱਕ ਨੂਰ ਜਹਾਨ ਜਹਾਂਗੀਰ ਵਾਲੀ, ਇੱਕ ਨੂਰ ਜਹਾਨ ਇਜਾਜ਼ ਵਾਲੀ। ਜੋ ਨੂਰ ਜਹਾਨ ਸੀ ਹੁਸਨ ਵਾਲੀ, ਤੇ ਇਹ ਨੂਰ ਜਹਾਨ ਆਵਾਜ਼ ਵਾਲੀ। ਇਸ ਨੂਰ ਜਹਾਨ ਨੇ ਉਸ ਵਾਂਗਰ ਉੱਪਰ ਕਿਸੇ ਦੇ ਜ਼ੁਲਮ ਕਮਾਇਆ ਨਹੀਂ। ਆਪਣੇ ਮਹਿਲ ਦੇ ਬੈਠ ਝਰੋਖਿਆਂ ਵਿੱਚ ਕਿਸੇ ਧੋਬੀ ਤੇ ਤੀਰ ਚਲਾਇਆ ਨਹੀਂ। ਕਿਹੜਾ ਰਾਗ ਹੈ ਰਾਗ ਦੀ ਲੁਗਤ ਅੰਦਰ, ਜਿਹੜਾ ਇਸ ਨੇ ਸੋਧ ਕੇ ਗਾਇਆ ਨਹੀਂ। ਜੇ ਉਹ ਨੂਰ ਜਹਾਨ ਸੀ ਸੋਜ਼ ਵਾਲੀ, ਤੇ ਇਹ ਨੂਰ ਜਹਾਨ ਹੈ ਸਾਜ਼ ਵਾਲੀ। ਇੱਕ ਨੂਰ ਜਹਾਨ ਜਹਾਂਗੀਰ ਵਾਲੀ, ਇੱਕ ਨੂਰ ਜਹਾਨ ਇਜਾਜ਼ ਵਾਲੀ। ਰਾਹੀ ਰਾਹ ਪੈ ਜਾਣ ਤੇ ਕੁੜੀ ਜੰਮੀ, ਮੁਸ਼ਕਲ ਉਹਨਾਂ ਲਈ ਨਿੱਕੀ ਜਿਹੀ ਜਾਨ ਬਣ ਗਈ। ਨਾ ਉਹ ਚੁੱਕ ਸਕਣ ਨਾ ਉਹ ਸੁੱਟ ਸਕਣ, ਮਾਂ ਰੋ ਰੋ ਕੇ ਪਰੇਸ਼ਾਨ ਬਣ ਗਈ। ਮਿਰਜ਼ਾ ਗਿਆਸ ਦੀ ਇਹ ਕਮਜ਼ੋਰ ਬੱਚੀ ਹੋਰ ਨਿਕਲੀ ਜਦੋਂ ਜਵਾਨ ਬਣ ਗਈ। ਜੇ ਉਹ ਮੇਰਾ ਤੋਂ ਬਣੀ ਸੀ ਸ਼ਾਹਬਾਨੋ, ਤੇ ਇਹ ਨੂਰੀ ਤੋਂ ਨੂਰ ਜਹਾਨ ਬਣ ਗਈ। ਸਦਕੇ ਰੱਬ ਰਹੀਮ ਦੀਆਂ ਕੁਦਰਤਾਂ ਤੋਂ, ਜਿਹਦੀ ਹਰ ਇੱਕ ਗੱਲ ਹੈ ਰਾਜ਼ ਵਾਲੀ। ਇੱਕ ਨੂਰ ਜਹਾਨ ਜਹਾਂਗੀਰ ਵਾਲੀ, ਇੱਕ ਨੂਰ ਜਹਾਨ ਇਜਾਜ਼ ਵਾਲੀ। ਮੇਰੇ ਸ਼ਹਿਰ ਲਾਹੌਰ ਦੀ ਖੈਰ ਹੋਵੇ, ਜਿਹਨੇ ਦੋਹਾਂ ਨੂੰ ਹਿੱਕ ਨਾਲ ਲਾ ਲਿੱਤਾ। ਇੱਕ ਨੂੰ ਹਸ਼ਰ ਤੱਕ ਸੌਣ ਲਈ ਜਗ੍ਹਾ ਦਿੱਤੀ, ਇੱਕ ਨੂੰ ਦਿਲਾਂ ਦੇ ਵਿੱਚ ਵਿਸਾ ਲਿੱਤਾ। ਜਿਹਨੂੰ ਦਾਤਾ ਦਾ ਸਾਇਆ ਨਸੀਬ ਹੋਇਆ, ਕੀਤਾ ਕਤਰਿਆ ਉਸ ਬਖਸ਼ਾ ਲਿੱਤਾ। ਗੰਜ ਬਖਸ਼ ਨੇ ਗੰਜ ਲੁਟਾ ਦਿੱਤੇ, ਕਿਸਮਤ ਵਾਲਿਆਂ ਨੇ ਹਿੱਸਾ ਆ ਲਿੱਤਾ। ਉਹਦੀ ਮੁੱਕ ਕੇ ਗੱਲ ਅਖੀਰ ਹੋਈ, ਇਹਦੀ ਗੱਲ ਹੈ ਅਜੇ ਆਗਾਜ਼ ਵਾਲੀ। ਇੱਕ ਨੂਰ ਜਹਾਨ ਜਹਾਂਗੀਰ ਵਾਲੀ, ਇੱਕ ਨੂਰ ਜਹਾਨ ਇਜਾਜ਼ ਵਾਲੀ। ਜਿਹੜੇ ਵਿੱਚ ਮੁਸੀਬਤਾਂ ਕੰਮ ਆਉਣ, ਸਗੇ ਭਾਈਆਂ ਦੇ ਨਾਲੋਂ ਉਹ ਯਾਰ ਚੰਗੇ। ਸੋਨੇ ਵਿੱਚ ਖੁਸ਼ਬੂ ਨਾ ਮੂਲ ਹੋਵੇ, ਮੈਨੂੰ ਸੋਨੇ ਤੋਂ ਫੁੱਲਾਂ ਦੇ ਹਾਰ ਚੰਗੇ। ਜਿਹੜੇ ਹੀਰੇ ਨੂੰ ਚੱਟ ਕੇ ਮਰਨ ਸੋਹਣੇ, ਉਸ ਹੀਰੇ ਤੋਂ ਲੋਹੇ ਦੇ ਤਾਰ ਚੰਗੇ। ਮੈਨੂੰ ਸ਼ਾਹੀ ਚੋਂ ਖੂਨ ਦੀ ਬੋ ਆਵੇ, ਬਾਦਸ਼ਾਹਾਂ ਨਾਲੋਂ ਫਨਕਾਰ ਚੰਗੇ। ਦਿਨ ਦੇ ਕੱਢ ਉਦਾਸੀਆਂ ਦਿਲਾਂ ਵਿੱਚੋਂ, ਸਰਗਮ ਛੇੜਦੇ ਜਦੋਂ ਆਵਾਜ਼ ਵਾਲੀ। ਇੱਕ ਨੂਰ ਜਹਾਨ ਜਹਾਂਗੀਰ ਵਾਲੀ, ਇੱਕ ਨੂਰ ਜਹਾਨ ਇਜਾਜ਼ ਵਾਲੀ। ਮੁੱਖ ਦੀ ਗੱਲ ਇਹ ਵੇ ਕਿ ਨੂਰ ਮੁਹੰਮਦ ਨੂਰ ਕਪੂਰਥਲਵੀ ਦੀਆਂ ਨਜ਼ਮਾਂ ਤੇ ਗਜ਼ਲਾਂ ਦਾ ਮੌਜ਼ੂ ਸਾਡੇ ਅੱਜ ਦੇ ਸਮਾਜ ਦੀਆਂ ਮੁਆਸ਼ੀ ਮੁਆਸ਼ਰਤੀ ਤੇ ਇਕਤਸਾਦੀ ਬੇਇਨਸਾਫੀਆਂ ਨੇ, ਜਿਨ੍ਹਾਂ ਪਰ ਉਹ ਮਾਸ਼ਰੇ ਵਿੱਚ ਕੁੱਟਣ ਤੇ ਮਾਯੂਸੀ ਜਨਮ ਲੈਂਦੀ ਹੈ। ਨੂਰ ਮੁਹੰਮਦ ਨੂਰ ਕਪੂਰਥਲਵੀ ਜਾਗਦੀ ਅੱਖ ਦਾ ਸ਼ਾਇਰ ਏ। ਉਹ ਆਪਣੇ ਆਲ ਦੁਆਲੇ ਦੀ ਹਯਾਤੀ ਤੇ ਹਯਾਤੀ ਉੱਤੇ ਵਾਪਰਨ ਵਾਲੀਆਂ ਹਾਲਤਾਂ ਤੇ ਵਾਕਿਆਤ ਦਾ ਡੂੰਘਾ ਸ਼ੌਰ ਰੱਖਣ ਵਾਲੇ ਕਲਮਕਾਰ ਨੇ। ਉਹ ਧਰਤੀ ਤੇ ਵਾਪਰਨ ਵਾਲੇ ਜ਼ੁਲਮ ਤੇ ਦੁੱਖ ਦੇਖ ਕੇ ਚੀਕ ਉੱਠਦਾ ਏ, ਤੇ ਫਿਰ ਉਹਦਾ ਕਲਮ ਉਸ ਜ਼ੁਲਮ ਤੇ ਜ਼ਾਲਮ ਨਾਲ ਜੰਗ ਕਰਨ ਲਈ ਤਿਆਰ ਹੋ ਜਾਂਦਾ ਹੈ। ਦਰ ਹਕੀਕਤ ਨੂਰ ਮੁਹੰਮਦ ਨੂਰ ਕਪੂਰਥਲਵੀ ਦੀ ਸ਼ਾਇਰੀ ਠਾਠਾ ਮਾਰਦਾ ਇੱਕ ਦਰਿਆ ਏ,
ਜਿਹਦੇ ਵਿੱਚ ਅੰਤਾਂ ਦੀ ਰਵਾਨੀ ਰਾਹੀਂ ਖਿਆਲਾਂ ਦਾ ਹੜ ਵਗਦਾ ਵਿਖਾਈ ਦਿੰਦਾ ਹੈ। ਕਿਸੇ ਹੋਰ ਮੌਜੂ ਦੇ ਨਾਲ, ਕਿਸੇ ਹੋਰ ਸ਼ਾਇਰ ਦੀ ਸ਼ਾਇਰੀ ਦੇ ਨਾਲ ਫਿਰ ਮੁਲਾਕਾਤ ਕਰਾਂਗੇ। ਆਪਣੇ ਮੇਜ਼ਬਾਨ ਇਜ਼ਹਾਰ ਅਹਿਮਦ ਗੁਲਜ਼ਾਰ ਨੂੰ ਦਿਓ ਇਜਾਜ਼ਤ। ਅੱਲਾਹ।